ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਤਨੇ ਵੀ ਮੇਰੇ ਵੀਰ ਔਰ ਭੈਣਾਂ ਇੱਕ ਆਪਾਂ ਪਰਿਵਾਰ ਦੇ ਤੌਰ ਤੇ ਇਕੱਠੇ ਹੋਏ ਹਾਂ, ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ, ਸਵਾਗਤ ਕਰਦਾ ਵਾਂ। ਸਭ ਤੋਂ ਪਹਿਲੀ ਇਹ ਗੱਲ ਮੈਂ ਛੋਟੀ ਜਿਹੀ ਕਹਿਣੀ ਚਾਹੁੰਦਾ ਵਾਂ, ਅਸਲ ਦੇ ਅੰਦਰ ਕਹਿਣ ਵਾਸਤੇ ਇਹ ਇੱਕ ਫਿਲਮ ਹੈ। ਜੇ ਦੇਖਿਆ ਜਾਵੇ ਤੇ ਇਹ 5000 ਸਾਲ ਦਾ ਇੱਕ ਇਤਿਹਾਸ ਹੈ ਜਿਹੜਾ ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਬੜਾ ਜ਼ਰੂਰੀ ਹੈ। ਤੇ ਮੈਂ ਲੰਬੇ ਸਮੇਂ ਤੋਂ ਇੱਕ ਚੀਜ਼ ਮਹਿਸੂਸ ਕਰਦਾ ਸਾਂ, ਮੈਨੂੰ ਲੱਗਦਾ ਸੀ ਵੀ ਇਹ ਚੀਜ਼ ਪਹਿਲਾਂ ਕਿਉਂ ਨਹੀਂ ਫਿਲਮਾਈ ਗਈ। ਆਮ ਕਰਕੇ ਇੱਕ ਵਿਚਾਰ ਹੁੰਦੀ ਹੈ ਨਾ, ਇਹ ਕੰਮ ਸਾਨੂੰ ਬਹੁਤ ਦੇਰ ਪਹਿਲਾਂ ਦਾ ਕਰ ਲੈਣਾ ਚਾਹੀਦਾ। ਔਰ ਮੈਂ ਤੇ ਹਰਪ੍ਰੀਤ ਜੀ ਵੀ ਇਸ ਫਿਲਮ ਨੂੰ ਲੈ ਕੇ ਜਦੋਂ ਕਾਫੀ ਵੀਰਾਂ ਨੂੰ ਮਿਲੇ ਹਾਂ ਤੇ ਬਕਾਇਦਾ ਸਾਨੂੰ ਇੱਕ ਵੀਰ ਨੇ, ਬੜੇ ਸੀਨੀਅਰ ਨੇ ਗੱਲ ਕਹੀ ਕਿ ਇਹ ਕੰਮ ਪਹਿਲਾਂ ਹੋਣਾ ਚਾਹੀਦਾ ਸੀ। ਮੈਂ ਕਿਹਾ ਵੀ ਚਲੋ ਪਹਿਲਾਂ ਨਹੀਂ ਹੋਇਆ, ਹੁਣ ਹੋ ਗਿਆ, ਪਰ ਜਿਹੜੇ ਸਾਡੇ ਤੋਂ ਪਹਿਲਾਂ ਸੀ ਕੀਤਾ ਉਹਨਾਂ ਨੇ ਵੀ ਨਹੀਂ ਨਾ ਇਹ ਕੰਮ। ਜੇ ਅਸੀਂ ਕੀਤਾ ਹੈ ਤੇ ਬਕਾਇਦਾ ਸਾਨੂੰ ਸ਼ਾਬਾਸ਼ ਦੇਣੀ ਬਣਦੀ ਹੈ ਵੀ ਕੰਮ ਦੇ ਵਿੱਚ ਸਾਰੀ ਟੀਮ ਨੇ ਜੋ ਵਰਕ ਕੀਤਾ ਆ ਬਹੁਤ ਅੱਛਾ ਆ। ਪਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ, ਤੁਸੀਂ ਕਦੀ ਵੀ ਦੇਖੋ ਜਿਹੜੇ ਸੀਰੀਅਲ ਅਸੀਂ ਦੇਖਦੇ ਹਾਂ, ਜੇ ਛਠ ਪੂਜਾ ਆਉਂਦੀ ਹੈ ਤਾਂ ਬਕਾਇਦਾ ਉਹਦੇ ਵਿੱਚ ਜ਼ਿਕਰ ਮਿਲਦਾ ਮਾਨਸਿਕਤਾ ਕਿਵੇਂ ਪਰੋਸ ਕੇ ਤੁਹਾਡੇ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ। ਕੋਈ ਵਰਤ ਆਉਂਦਾ ਹੈ ਤੇ ਬਕਾਇਦਾ ਸ਼ੋਅ, ਭਾਵੇਂ ਕਿਉਂਕਿ ਵੀਰ ਜੀ ਬਾਬਾ ਕਮਲ ਜੀ ਬੜੇ ਪੁਰਾਣੇ ਖੰਡੇ ਹੋਏ ਨੇ, ਕੋਈ ਐਸਾ ਨਹੀਂ ਹੁੰਦਾ ਵੀ ਸਵੇਰੇ ਸ਼ੋਅ ਤਿਆਰ ਹੋ ਕੇ ਸ਼ਾਮ ਨੂੰ ਚੱਲ ਜਾਂਦਾ। ਉਹ ਕਈ ਵਾਰੀ 6-6 ਮਹੀਨੇ ਪਹਿਲਾਂ ਤਿਆਰ ਹੁੰਦੇ ਨੇ, ਸਾਲ ਪਹਿਲਾਂ ਤਿਆਰ ਹੁੰਦੇ ਨੇ। ਬਕਾਇਦਾ ਕਿਹੜੀ ਤਰਤੀਬ ਦੇ ਨਾਲ ਜਿਸ ਦਿਨ ਕੋਈ ਵਰਤ ਹੋਵੇਗਾ, ਜਿਸ ਦਿਨ ਕਿਸੇ ਵੀ ਤਰੀਕੇ ਦਾ ਕੋਈ ਮਾਹੌਲ ਹੋਵੇਗਾ, ਉਦੋਂ ਉਹ ਪ੍ਰੋਗਰਾਮ ਦਿਖਾਇਆ ਜਾਂਦਾ ਹੈ। ਤੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਮੈਂ ਕਿ ਜੋ ਚੀਜ਼ ਤੁਹਾਨੂੰ ਨਹੀਂ ਚਾਹੀਦੀ ਉਹ ਤੁਹਾਡੇ ਬੈਡਰੂਮ ਤੱਕ ਪਰੋਸ ਕੇ ਤੁਹਾਨੂੰ ਮੀਡੀਆ ਦੇ ਰਾਹੀਂ ਦਿੱਤੀ ਜਾ ਰਹੀ ਹੈ, ਤੇ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਲੰਬਾ ਸਮਾਂ ਤਿਆਰ ਨਹੀਂ ਹੋਈ। ਤੇ ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ ਮੈਂ, ਜਦੋਂ ਵੀ ਮੈਂ ਵਿਸਾਖੀ ਤੇ ਬੋਲਦਾ ਹੁੰਦਾ ਸਾਂ ਨਾ, ਤੇ ਮੈਂ ਕਹਿਣਾ ਹੁੰਦਾ ਸਾਂ ਵੀ ਇਹ ਵਿਸਾਖੀ ਨੂੰ ਕੱਲਾ ਇਹ ਨਾ ਕਹੋ ਵੀ ਵਿਸਾਖੀ ਨੂੰ ਖਾਲਸਾ ਸਾਜਿਆ, ਇਹਨੂੰ ਵਿਸਾਖੀ ਵੀ ਨਾਮ ਦੇ ਦਿਓ। ਅਸਲ ਦੇ ਅੰਦਰ ਵਿਸਾਖੀ ਦਾ ਨਾਮ ਹੈ ਸ਼ੂਦਰ ਇਨਕਲਾਬ। ਤੇ ਮੇਰਾ ਬੜਿਆਂ ਨੇ ਵਿਰੋਧ ਵੀ ਕੀਤਾ ਵੀ ਇਹ ਕਿਉਂ ਕਹਿ ਦਿੰਦਾ ਵੀ ਵਿਸਾਖੀ ਸ਼ੂਦਰ ਇਨਕਲਾਬ ਹੈ। ਮੈਂ ਬਕਾਇਦਾ ਕਲੀਅਰ ਕਰਕੇ ਦੱਸਣਾ, ਅਨੇਕ ਤਰ੍ਹਾਂ ਦੀਆਂ ਉਦਾਹਰਨਾਂ ਦੇਣੀਆਂ। ਇੱਕ ਦਿਨ ਆਨੰਦਪੁਰ ਸਾਹਿਬ ਦੇ ਲਾਗੇ ਇੱਕ ਪ੍ਰੋਗਰਾਮ ਸੀ, ਮੈਂ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਕਰਾਂਗਾ। ਉਹਦੇ ਵਿੱਚ ਮੈਂ ਜ਼ਿਕਰ ਕੀਤਾ ਸ਼ੂਦਰ ਇਨਕਲਾਬ ਹੈ ਇਹ। ਤੇ ਇੱਕ ਸੱਜਣ ਨੇ ਬਾਹਰ ਆ ਕੇ ਬਹੁਤ ਉੱਚੇ ਪੱਧਰ ਤੇ ਵਿਰੋਧ ਕੀਤਾ। ਇੱਕ ਹੁੰਦਾ ਨਾ ਤੁਹਾਨੂੰ ਗਲਵਕੜੀ ਵਿੱਚ ਲੈ ਕੇ ਬਾਂਹ ਫੜ ਕੇ ਗੱਲ ਕਰਨਾ, ਇੱਕ ਹੁੰਦਾ ਸੰਗਤ ਵਿੱਚ ਉੱਚੀ ਬੋਲ ਕੇ ਇਹ ਸਾਬਤ ਕਰਨਾ ਵੀ ਪ੍ਰਚਾਰਕ ਨੂੰ ਕੁਛ ਨਹੀਂ ਆਉਂਦਾ ਤੇ ਵੱਡਾ ਵਿਦਵਾਨ ਮੈਂ ਆ ਜਿਸ ਨੇ ਪ੍ਰਚਾਰਕ ਦੀ ਬਾਂਹ ਫੜਦੀ ਪ੍ਰਚਾਰਕ ਨੂੰ ਘੇਰ ਲਿਆ। ਉਹਨਾਂ ਨੂੰ ਐਸਾ ਲੱਗਦਾ, ਪਰ ਹੁੰਦੀ ਇਹ ਬਦਤਮੀਜੀ ਹੈ। ਤੇ ਮੈਂ ਉਸ ਸੱਜਣ ਦੇ ਨਾਲ ਇੱਕ ਗੱਲ ਕਹੀ ਸੀ, ਮੈਂ ਕਿਹਾ ਵੀਰ ਜੀ ਤੁਸੀਂ ਬੜਾ ਦਿਮਾਗ ਲਾਓ, ਤੁਸੀਂ ਸਾਰੇ ਬੈਠੇ ਹੋ, ਕਿਸੇ ਵੇਲੇ ਸਾਨੂੰ ਬਰਤਨਾਂ ਦੇ ਅੰਦਰ ਖਾਣ ਦੀ ਇਜਾਜ਼ਤ ਨਹੀਂ ਸੀ। ਜੋ ਅਸੀਂ ਪਿਕਚਰ ਦੇ ਵਿੱਚ ਫਿਲਮਾਇਆ ਪੱਤਿਆਂ ਦੇ ਉੱਪਰ ਜੂਠਾ ਖਾਣਾ ਹੈ ਨਾ, ਇਹ ਤੇ ਬਹੁਤ ਅੱਗੇ ਚਲੇ ਗਏ। ਬਰਤਨਾਂ ਵਿੱਚ ਖਾਣ ਦੀ ਇਜਾਜ਼ਤ ਨਹੀਂ ਸੀ ਤੇ ਅਸੀਂ ਕਿਹੜੇ ਬਰਤਨ ਯੂਜ਼ ਕਰਦੇ ਸਾਂ? ਪੱਤੇ ਹੀ ਸਾਡਾ ਬਰਤਨ ਹੁੰਦੇ ਸੀ। ਤੇ ਜੋ ਪ੍ਰਮਾਤਮਾ ਨੇ ਸਾਨੂੰ ਹੱਥ ਦਿੱਤੇ ਨੇ, ਇਸੇ ਦਾ ਬਰਤਨ ਬਣਾ ਕੇ ਅਸੀਂ ਆਪਣੇ ਪੇਟ ਦੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰਦੇ ਸਾਂ। ਜਾਂ ਘੁਮਿਆਰ ਦੁਆਰਾ ਬਣਾਏ ਹੋਏ ਬਰਤਨ ਜਿਹੜੇ ਮਿੱਟੀ ਦੇ ਨੇ, ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਚਾਟੀਆਂ ਵੇਖਦੇ ਹਾਂ, ਘੜੀਆਂ ਵੇਖਦੇ ਹਾਂ, ਘੜੇ ਵੇਖਦੇ, ਇਹ ਸਾਰੀਆਂ ਚੀਜ਼ਾਂ ਆ ਗਈਆਂ, ਇਹਦੇ ਵਿੱਚ ਵਰਤਿਆ ਜਾਂਦਾ ਹੁੰਦਾ ਸੀ। ਤੇ ਮੈਂ ਅਕਸਰ ਇਹ ਸੋਚਦਾ ਹੁੰਦਾ ਸਾਂ ਵੀ ਜੇ ਕਿਸੇ ਬਰਤਨ ਨੂੰ ਕਿਸੇ ਸ਼ੂਦਰ ਦਾ ਮੂੰਹ ਲੱਗ ਜਾਂਦਾ ਹੁੰਦਾ ਸੀ ਤੇ ਉਸ ਬਰਤਨ ਨੂੰ ਘਰ ਦੇ ਵਿੱਚ ਨਹੀਂ ਸੀ ਵਾੜਿਆ ਜਾਂਦਾ। ਕੀ ਕਿਹਾ ਜਾਂਦਾ ਸੀ? ਇਹ ਕੰਮੀ ਦੇ ਮੂੰਹ ਲੱਗਾ ਹੈ, ਇਹ ਸ਼ੂਦਰ ਦੇ ਮੂੰਹ ਲੱਗਾ ਹੈ, ਇਹ ਭਾਂਡਾ ਸਾਡੇ ਵਰਤੋਂ ਦੇ ਵਿੱਚ ਨਹੀਂ ਆਉਣਾ। ਤੇ ਧੰਨ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਦੇਖੋ, ਤੁਹਾਡੇ ਬਰਤਨ ਨੂੰ ਕਿਸੇ ਸ਼ੂਦਰ ਦਾ ਮੂੰਹ ਲੱਗ ਜਾਵੇ ਤੇ ਤੁਸੀਂ ਕਹਿ ਦਿੰਦੇ ਹੋ ਮੇਰਾ ਭਾਂਡਾ ਪਿੱਟਿਆ ਗਿਆ। ਪਾਤਸ਼ਾਹ ਕਹਿੰਦੇ ਬਾਟਾ ਇੱਕ ਹੋਵੇਗਾ, ਮੂੰਹ ਸਾਰੇ ਲਾਉਣਗੇ, ਮੇਰਾ ਬਾਟਾ ਨਹੀਂ ਕਦੀ ਪਿੱਟਿਆ ਜਾਵੇਗਾ। ਹੁਣ ਇਹ ਤੋਂ ਸਾਨੂੰ ਇੱਕ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਵੀ ਸਾਡੇ ਗੁਰੂਆਂ ਨੇ ਕਿਹੜੀ ਸੋਚ ਨੂੰ ਲੈ ਕੇ ਅੱਗੇ ਚੱਲੇ ਨੇ। ਹੁਣ ਆਮ ਕਰਕੇ ਇੱਥੇ ਇੱਕ ਹੋਰ ਅਸੀਂ ਟਪਲਾ ਖਾ ਜਾਂਦੇ ਹਾਂ, ਬਹੁਤਾਤ ਕਿਹਾ ਜਾਂਦਾ ਵੀ ਸ਼ੂਦਰਾਂ ਨੂੰ ਜਿੰਨੇ ਵੀ ਹੱਕ ਨੇ ਨਾ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਦਿੱਤੇ। ਮੈਂ ਕਹਿੰਦਾ ਨਹੀਂ, ਇੱਕ ਲੜੀ ਚੱਲੀ ਹੈ, ਇੱਕ ਲੜੀ ਹੈ। ਇੱਕ ਮਕਾਨ ਬਣਦਾ ਤੇ ਕਿਹਾ ਜਾਂਦਾ, ਕਹਿੰਦੇ ਵੀ ਇੱਕ ਮਕਾਨ ਸੀ ਜਦੋਂ ਸਿਖਰ ਤੱਕ ਬਣਿਆ, ਅਟਾਰੀ ਤੱਕ ਬਣਿਆ, ਤੇ ਜਿਹੜੀ ਸਿਖਰ ਦੀ ਇੱਟ ਸੀ ਨਾ ਉਹਨੇ ਕਹਿੰਦੇ ਇੱਕ ਥੋੜਾ ਜਿਹਾ ਦਾਅਵਾ ਕਰ ਦਿੱਤਾ, ਜਿਹੜੀ ਨੀਂਹ ਦੇ ਵਿੱਚ ਪਈ ਕੋਈ ਇੱਟ ਸੀ ਉਹਨੂੰ ਇੱਕ ਦਾਅਵਾ ਕਰ ਦਿੱਤਾ, ਕਹਿੰਦੇ ਵੀ ਤੂੰ ਬਹੁਤ ਥੱਲੇ ਐ ਤੇ ਮੈਂ ਜਮਾ ਸਿਖਰ ਦੇ ਉੱਪਰ ਹੈ। ਕਹਿੰਦੇ ਨੀਂਹ ਵਿੱਚ ਪਈ ਹੋਈ ਇੱਟ ਨੇ ਇੱਕ ਜਵਾਬ ਦਿੱਤਾ ਸੀ, ਕਹਿੰਦੇ ਜੇ ਨੀਹਾਂ ਦੇ ਵਿੱਚ ਮੈਂ ਆਪਣਾ ਸਿਰ ਨਾ ਦਿੱਤਾ ਹੁੰਦਾ ਤੇ ਉੱਤੇ ਅਟਾਰੀਆਂ ਵੀ ਕਦੀ ਨਾ ਬਣਦੀਆਂ। ਇਸ ਕਰਕੇ ਇੱਕ ਚੀਜ਼ ਨੂੰ ਸਮਝਣਾ ਪੈਣਾ ਹੈ, ਸਾਡੇ ਸਾਰੇ ਮਹਾਂਪੁਰਸ਼ਾਂ ਨੇ ਜਿਹੜਾ ਰੋਲ ਅਦਾ ਕੀਤਾ ਉਹਨੂੰ ਇੱਕ ਪ੍ਰੈਕਟੀਕਲ ਰੂਪ ਜਿਹੜਾ ਸੀ ਨਾ ਉਹ ਵਿਸਾਖੀ ਦੇ ਦਿਹਾੜੇ ਦੇ ਉੱਪਰ ਦਿੱਤਾ ਗਿਆ।
ਜੋ ਮਹਾਰਾਜ ਜੀ ਨੇ ਕਬੀਰ ਜੀ ਨੇ ਕੀਤਾ, ਜਦੋਂ ਤਿਆਰੀ ਕੰਪਲੀਟ ਹੋ ਗਈ, ਜਿਵੇਂ ਫਿਲਮ ਬਣੀ ਹੈ ਤੇ ਫਿਲਮ ਬਣਨ ਤੋਂ ਬਾਅਦ ਰਿਲੀਜ਼ ਕਰਨਾ ਇੱਕ ਦਿਨ ਦੇ ਵਿੱਚ ਹੋ ਗਿਆ, ਪਰ ਇਸ ਫਿਲਮ ਨੂੰ ਬਣਦਿਆਂ ਕਿੰਨਾ ਸਮਾਂ ਲੱਗਾ ਉਹ ਬਾਬਾ ਕਮਲ ਜੀ ਦੱਸ ਸਕਦੇ ਨੇ, ਹਰਪ੍ਰੀਤ ਸਿੰਘ ਜਮਾਲਪੁਰ ਜੀ ਦੱਸ ਸਕਦੇ ਨੇ, ਹੋਰ ਜਿਹੜੇ ਸਾਡੇ ਪਾਤਰ ਨੇ। ਜਿਵੇਂ ਇੱਕ ਹੋਰ ਖੁਲਾਸਾ ਛੋਟਾ ਜਿਹਾ ਕਰਦੇ ਹਾਂ, ਕਈਆਂ ਨੂੰ ਲੱਗੇਗਾ ਵੀ ਇਹਨਾਂ ਨੇ ਫਿਲਮ ਦੇ ਵਿੱਚ ਰੋਲ ਅਦਾ ਕੀਤਾ, ਨਹੀਂ, ਫਿਲਮ ਨੂੰ ਪਰਿਵਾਰ ਸਮੇਤ ਦਿਖਾਉਣਾ ਇਹ ਤੁਹਾਡਾ ਵੀ ਰੋਲ ਹੈ। ਇਹ ਸਾਰਿਆਂ ਨੂੰ ਰੋਲ ਦਿੱਤੇ ਜਾਣੇ, ਰੋਲ ਇਕੱਲਾ ਇਹਨਾਂ 10 ਨੇ ਨਹੀਂ ਕੀਤਾ, ਇਹ ਤੁਹਾਡੇ ਵੀ ਰੋਲ ਨੇ, ਤੁਸੀਂ ਸਾਰੇ ਰੋਲ ਅਦਾ ਕੀਤਾ। ਆ ਤੁਸੀਂ ਖੱਲਾਸ਼ੇਰੀ ਦੇ ਰਹੇ ਹੋ, ਇਹ ਤੁਸੀਂ ਰੋਲ ਅਦਾ ਕਰਦੇ ਪਏ ਹੋ। ਇੱਕ ਖਿਡਾਰੀ ਖੇਡਦਾ ਹੁੰਦਾ ਹੈ ਤੇ ਜਿਹੜੇ ਬਾਹਰ ਤਾੜੀਆਂ ਮਾਰ ਕੇ ਬੱਲੇ ਬੱਲੇ ਕਰਦੇ ਹੁੰਦੇ, ਉਹ ਖਿਡਾਰੀ ਨੂੰ ਕੀ ਹੁੰਦਾ, ਇੱਕ ਜੋਸ਼ ਦਿੱਤਾ ਜਾਂਦਾ। ਮੈਂ ਤੇ ਕਈ ਵਾਰੀ ਸੋਚਦਾ ਹੁੰਦਾ ਵੀ ਖੇਡਦਾ ਕੌਣ ਪਿਆ, ਖਿਡਾਰੀ ਨਹੀਂ ਇਕੱਲਾ ਖੇਡਦਾ ਪਿਆ, ਬਾਹਰਲੇ ਵੀ ਨਾਲ ਹੀ ਖੇਡਦੇ ਪਏ ਨੇ, ਉਹਨਾਂ ਦੀ ਸੁਰਤ ਸਗੋਂ ਵੱਧ ਲੱਗੀ ਹੁੰਦੀ ਹੈ। ਤੇ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੇ ਜੋ ਰੋਲ ਅਦਾ ਕੀਤਾ, ਬਾ ਕਮਾਲ ਰੋਲ ਅਦਾ ਕੀਤਾ, ਤੇ ਇਹ ਸਾਰਿਆਂ ਦਾ ਜਿਹੜਾ ਹੁਣ ਰੋਲ ਹੈ ਇਹ ਫਿਲਮ ਨੂੰ ਅੱਗੇ ਤੱਕ ਲੈ ਕੇ ਜਾਣ ਦਾ, ਜਿਵੇਂ ਵੀਰ ਜੀ ਨੇ ਬੜੀ ਸੋਹਣੀ ਗੱਲ ਕਹੀ ਹੈ ਵੀ ਫਿਲਮ ਨੂੰ ਰੋਕ ਲਾ ਦਿੱਤੀ। ਹੁਣ ਜੇ ਤੇ ਸਿੱਧੇ ਸ਼ਬਦਾਂ ਵਿੱਚ ਕਹਾਂ ਤੇ ਰੋਕ ਕਿੰਨਾ ਲੋਕਾਂ ਵੱਲੋਂ ਲਾਈ ਗਈ, ਇਹਦੇ 3 ਪਾਰਟ ਸਾਨੂੰ ਕਰਨੇ ਪੈਣੇ ਨੇ। ਸਿੰਧੂ ਘਾਟੀ ਦੀ ਸੱਭਿਅਤਾ ਇੱਕ ਹੋ ਗਿਆ, ਵਿਚਕਾਰਲਾ ਹਿੱਸਾ ਜੋ ਸਾਨੂੰ ਅਧਿਕਾਰਾਂ ਤੋਂ ਵਾਂਝੇ ਰੱਖ ਕੇ ਸਾਨੂੰ ਗੁਲਾਮ ਬਣਾਇਆ ਗਿਆ। ਤੇ ਆਹ ਤਸਵੀਰ ਅਸੀਂ ਦੇਖਦੇ ਪਏ ਸਾਂ, ਬਿਲਕੁਲ ਨਾਲ ਹੈ ਨਾ, ਤੁਸੀਂ ਵੀ ਦੇਖ ਰਹੇ ਹੋ। ਤੇ ਹਰਵਿੰਦਰ ਸਿੰਘ ਖਾਲਸਾ ਜੀ ਜੋ ਸ਼ੇਰਪੁਰ ਤੋਂ ਆਏ ਨੇ, ਸਾਡਾ ਉਧਰ ਦਾ ਬਹੁਤ, ਮੈਂ ਕਹਿ ਸਕਦਾ ਵੀ ਸਾਡੇ ਬਹੁਜਨ ਸਮਾਜ ਦੇ ਬਹੁਤ ਵਧੀਆ ਪ੍ਰਚਾਰਕ ਨੇ। ਤੇ ਇਹ ਇੱਕ ਗੱਲ ਕਰਦੇ ਪਏ ਸਨ, ਕਹਿੰਦੇ ਵੀ ਸ਼ੂਦਰ ਸੇ ਖਾਲਸਾ ਫਿਲਮ ਨੂੰ, ਜਿਵੇਂ ਇਹ ਵੀਰਾਂ ਦਾ ਕਨਸੈਪਟ ਹੈ ਵੀ ਵਿੱਚੋਂ ਕਟਿੰਗ ਕਰਕੇ ਤੁਸੀਂ ਦੇਖੋ ਨਾ, ਇੱਕ ਪਾਸੇ ਦਾ ਚਿਹਰਾ ਤੇ ਦੂਜੇ ਪਾਸੇ ਦਾ ਚਿਹਰਾ। ਮੈਨੂੰ ਕਹਿੰਦੇ ਵੀ ਜਿਹੜਾ ਸ਼ੂਦਰ ਦਾ ਚਿਹਰਾ ਦਿਖਾਇਆ ਗਿਆ ਨਾ, ਅੱਖ ਅੱਧੀ ਖੁੱਲਦੀ ਪਈ ਹੈ, ਤੇ ਜਦੋਂ ਖਾਲਸਾ ਬਣ ਗਿਆ ਤੇ ਅੱਖ ਪੂਰੀ ਖੁੱਲਦੀ ਪਈ ਹੈ। ਧਿਆਨ ਦਿਆ ਜੇ, ਕਹਿੰਦੇ ਜਦੋਂ ਸ਼ੂਦਰ ਦਿਖਾਇਆ ਗਿਆ ਤੇ ਮੁੱਛ ਹੇਠਾਂ ਨੂੰ ਹੈ, ਜਦੋਂ ਖਾਲਸਾ ਦਿਖਾਇਆ ਗਿਆ ਤੇ ਮੁੱਛ ਪੂਰੀ ਕੁੰਡੀ ਹੈ। ਮੈਂ ਕਿਹਾ ਅਸਲ ਦੇ ਅੰਦਰ ਕੀ ਹੈ, ਗੁਲਾਮਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਕਦੀ ਰਹਿੰਦੀ ਨਹੀਂ ਹੁੰਦੀ, ਇਹ ਸੱਚ ਹੈ। ਜਦੋਂ ਤੁਹਾਨੂੰ ਮਾਨਸਿਕ ਤੌਰ ਤੇ ਗੁਲਾਮ ਕਰ ਦਿੱਤਾ ਜਾਂਦਾ ਹੈ ਨਾ, ਤੇ ਤੁਹਾਡੇ ਚਿਹਰੇ ਤੇ ਰੌਣਕਾਂ ਉਹ ਸਮਾਪਤ ਹੋ ਜਾਂਦੀਆਂ ਨੇ। ਜਦੋਂ ਤੁਸੀਂ ਆਜ਼ਾਦ ਹਸਤੀ ਦੇ ਮਾਲਕ ਹੁੰਦੇ ਹੋ, ਤੁਹਾਨੂੰ ਆਪਣੇ ਹੱਕਾਂ ਦਾ ਪਤਾ ਲੱਗ ਜਾਂਦਾ, ਫਿਰ ਤੁਹਾਡੇ ਚਿਹਰੇ ਤੇ ਰੌਣਕਾਂ ਹੁੰਦੀਆਂ ਨੇ। ਇੱਕ ਪਾਰਟ ਹੋ ਗਿਆ ਸਿੰਧੂ ਘਾਟੀ ਦੀ ਸੱਭਿਅਤਾ, ਇੱਕ ਹੋ ਗਿਆ ਵਿਚਕਾਰਲਾ ਹਿੱਸਾ, ਇੱਕ ਤੀਸਰਾ ਜਿਹੜਾ ਪਾਰਟ ਫਿਲਮਾਇਆ ਗਿਆ ਵੀ ਇਸ ਤੋਂ ਬਾਅਦ ਸਾਨੂੰ ਅਧਿਕਾਰਾਂ ਤੋਂ ਜਿਹੜੇ ਵਾਂਝੇ ਰੱਖਿਆ ਗਿਆ, ਜਦੋਂ ਸਾਡੇ ਹੱਥ ਵਿੱਚ ਆਏ ਤੇ ਉਸ ਤੋਂ ਬਾਅਦ ਸਾਡਾ ਰੂਪ ਕੈਸਾ ਸੀ। ਇਸ ਕਰਕੇ ਮੈਂ ਹੱਥ ਬੰਨ੍ਹ ਕੇ ਇੰਨੀ ਕੁ ਬੇਨਤੀ ਕਰਾਂਗਾ ਵੀ ਤੁਸੀਂ ਸਾਰੇ ਰੋਲ ਅਦਾ ਕਰਦੇ ਪਏ ਹੋ, ਜਿੰਨੇ ਮੇਰੇ ਵੀਰ ਨੇ ਤੇ ਜਿੰਨੀਆਂ ਮੇਰੀਆਂ ਭੈਣਾਂ ਨੇ ਜਿਹੜੇ ਆਏ ਨੇ, ਬਹੁਤ ਧੰਨਵਾਦ। ਜਿਨ੍ਹਾਂ ਨੇ ਫਿਲਮ ਦੇ ਵਿੱਚ ਕੰਮ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਇਸ ਤੋਂ ਅੱਗੇ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਹੁਣ ਇਸ ਫਿਲਮ ਨੂੰ ਆਪਣੇ ਪਰਿਵਾਰ ਸਮੇਤ ਵਿਖਾਉਣਾ ਹੈ, ਅੱਗੇ ਲੈ ਕੇ ਜਾਣਾ ਹੈ, ਉਹਨਾਂ ਦਾ ਵੀ ਧੰਨਵਾਦ। ਤੇ ਵੀਰ ਜੀ ਨੇ ਗੱਲ ਕਹੀ ਸੀ ਵੀ ਤੁਸੀਂ ਐਜ਼ ਏ ਪ੍ਰੀਚਰ ਇਹ ਗੱਲ ਸੰਗਤ ਨੂੰ ਜ਼ਰੂਰ ਦੱਸ ਦਿਆ ਜੇ ਕਿ ਸਿੱਖ ਸਿੰਘ ਖਾਲਸਾ, ਮੈਂ ਥੋੜੀ ਜਿਹੀ ਵਿਆਖਿਆ ਕਰਦੇ ਆ। ਕੌਰ ਸ਼ਬਦ ਜਿਹੜਾ ਹੈ ਨਾ, ਜੋ ਸਾਡੇ ਨਾਮ ਨਾਲ ਲੱਗਾ, ਜਿਵੇਂ ਭੈਣ ਮਨਦੀਪ ਕੌਰ ਹੋ ਗਿਆ, ਅਮਨਦੀਪ ਕੌਰ ਹੋ ਗਿਆ, ਕੌਰ ਸ਼ਬਦ ਬਣਿਆ ਕੋਇਰ ਤੋਂ, ਜਿਹਨੂੰ ਆਪਾਂ ਕੰਵਰ ਕਹਿ ਸਕਦੇ ਹਾਂ। ਇਹਦੇ ਅਰਥ ਹੁੰਦੇ ਨੇ ਰਾਜਕੁਮਾਰ। ਤੇ ਗੁਲਾਮਾਂ ਦੇ ਨਾਮਾਂ ਨਾਲ ਇਹ ਚੀਜ਼ਾਂ ਨਹੀਂ ਜਿਉਂਦੀਆਂ, ਇਹ ਚੀਜ਼ ਸੋਚਿਆ ਜੇ। ਇਹ ਸਾਡੇ ਨਾਮ ਤੋਂ ਵੀ ਸਾਡੇ ਅੰਦਰ ਦੇ ਹਾਲਾਤਾਂ ਦਾ ਪਤਾ ਲੱਗਦਾ ਹੈ ਵੀ ਇਹਦਾ ਨਾਮ ਐਸਾ ਹੈ, ਅੰਦਾਜ਼ਾ ਇੱਥੋਂ ਅਸੀਂ ਲਾ ਸਕਦੇ ਹਾਂ। ਗੁਲਾਮੀ ਜਦੋਂ ਹੁੰਦੀ ਹੈ, ਉਹ ਮਾਨਸਿਕਤਾ ਵਿੱਚ ਗੁਲਾਮੀ ਆ ਜਾਂਦੀ ਹੈ, ਉਹ ਨਾਮਾਂ ਵਿੱਚ ਗੁਲਾਮੀ ਆ ਜਾਂਦੀ ਹੈ, ਉਹ ਸਾਡੇ ਹਰ ਚੀਜ਼ ਦੇ ਵਿੱਚ ਗੁਲਾਮੀ ਜਿਹੜੀ ਉਹ ਪ੍ਰਵੇਸ਼ ਕਰ ਜਾਂਦੀ ਹੈ। ਤੇ ਮੈਂ ਅੱਜ ਸਿਰਫ ਸਾਰਿਆਂ ਨੂੰ ਇੰਨੀ ਬੇਨਤੀ ਕਰਾਂਗਾ ਵੀ ਕੌਰ ਕੋਇਰ ਤੋਂ ਬਣਿਆ, ਕਮਰ ਤੋਂ ਬਣਿਆ, ਤੇ ਕਮਰ ਦੇ ਕੀ ਅਰਥ ਹੁੰਦੇ ਨੇ, ਰਾਜਕੁਮਾਰ। ਤੇ ਜਿਹੜਾ ਸਿੰਘ ਸ਼ਬਦ ਹੈ, ਇਹ ਤੁਸੀਂ ਕਦੀ ਦੇਖੋ ਜਦੋਂ ਖਾਲਸਾ ਨਹੀਂ ਸੀ ਸਾਜਿਆ ਤੇ ਰਾਜਪੂਤਾਨੇ ਦਾ ਇਤਿਹਾਸ ਪੜ੍ਹ ਕੇ ਵੇਖੋ, ਉਹਨਾਂ ਦੇ ਨਾਮ ਨਾਲ ਸਿੰਘ ਸ਼ਬਦ ਲੱਗਦਾ ਹੁੰਦਾ ਸੀ ਤੇ ਬੜੇ ਮਾਣ ਨਾਲ ਲਾਉਂਦੇ ਹੁੰਦੇ ਸੀ। ਜੇ ਤੁਸੀਂ ਹਿਸਟਰੀ ਕਦੀ ਪੜ੍ਹੋ, ਰਾਜਾ ਮਿਰਜ਼ਾ ਜੈ ਸਿੰਘ, ਹੁਣ ਮੈਂ ਕਹਾਂ ਵੀ ਤੁਸੀਂ ਜੈਪੁਰ ਦਾ ਨਾਮ ਦੇਖ ਲਓ, ਰਾਜਾ ਜੈ ਸਿੰਘ ਤੋਂ ਜੈਪੁਰ, ਤੇ ਜੇ ਜੈਪੁਰ ਦੀ ਹਿਸਟਰੀ ਤੁਸੀਂ ਦੇਖੋਗੇ, ਚਲੋ ਉਹ ਹੋਰ ਪਾਸੇ ਜਾਂਦੀ ਹੈ, ਮੈਂ ਥੋੜ੍ਹਾ ਜਿਹਾ ਇੱਥੇ ਵੀ ਜ਼ਿਕਰ ਕਰਦੇ ਹਾਂ। ਮੈਂ ਅਮੇਰ ਮਹਿਲ ਦੇ ਕੋਲ ਖੜਾ ਸਾਂ ਤੇ ਮੇਰੀ ਸਨੈਪ ਲੱਗਾ ਇੱਕ ਵੀਰ ਕਰਨ, ਮੈਨੂੰ ਕਹਿੰਦਾ ਜੀ ਮਾੜਾ ਜਿਹਾ ਖੜੋ ਤੁਹਾਡੀ ਤਸਵੀਰ ਕਰੀਏ। ਮੈਂ ਕਿਹਾ ਵੀ ਕਾਹਦੇ ਲਈ? ਕਹਿੰਦਾ ਜੀ ਪਿੱਛੇ ਕਿਲ੍ਹਾ ਆਵੇਗਾ। ਮੈਂ ਕਿਹਾ ਮੈਂ ਮਰੀ ਜ਼ਮੀਰ ਦੇ ਲੋਕਾਂ ਦੇ ਕਿਲਿਆਂ ਦੇ ਨਾਲ ਤਸਵੀਰਾਂ ਨਹੀਂ ਕਰਾਉਂਦਾ। ਕਹਿੰਦਾ ਕਾਰਨ? ਮੈਂ ਕਿਹਾ ਹਿਸਟਰੀ ਪੜ੍ਹ ਕੇ ਵੇਖੋ, ਅਮੇਰ ਦੇ ਰਾਜੇ ਨੇ ਅਕਬਰ ਨੂੰ ਆਪਣੀ ਧੀ ਦੇ ਕੇ, ਧਿਆਨ ਦੇ ਕੇ ਸੁਣਿਆ ਜੇ, ਅਮੇਰ ਦੇ ਰਾਜੇ ਨੇ ਅਕਬਰ ਨੂੰ ਆਪਣੀ ਧੀ ਦੇ ਕੇ ਆਪਣੇ ਕਿਲੇ ਵਿੱਚ ਆਏ ਸਨ। ਇਸੇ ਤਰ੍ਹਾਂ ਬਹੁਤ ਜ਼ਿਆਦਾ ਐਸੇ ਰਾਜੇ ਤੁਹਾਨੂੰ ਮਿਲਣਗੇ ਜਿਨ੍ਹਾਂ ਨੇ ਆਪਣੀ ਗੁਲਾਮੀ ਨੂੰ ਕਬੂਲ ਕਰ ਲਿਆ ਤੇ ਕਬੂਲ ਕਰਕੇ ਆਪਣੇ ਜੀਵਨ ਦੇ ਵਿੱਚ ਲੈ ਆਂਦਾ। ਹੁਣ ਉਹ ਭਾਵੇਂ ਤਖਤਾਂ ਤੇ ਬੈਠੇ ਹੋਏ ਸਨ, ਉਹਨਾਂ ਦੇ ਮਨ ਦੇ ਵਿੱਚ ਇੱਕ ਚੀਜ਼ ਸੀ ਕਿ ਅਸੀਂ ਤਖਤ ਦੇ ਮਾਲਕ ਹਾਂ, ਅਸੀਂ ਆਪਣਾ ਰਾਜ ਭਾਗ ਬਚਾ ਲਿਆ, ਪਰ ਇੱਕ ਚੀਜ਼ ਚੇਤੇ ਰੱਖਿਆ ਜੇ, ਕਿਰਾਏ ਦੇ ਮਕਾਨ ਦੇ ਵਿੱਚ ਸਹੂਲਤਾਂ ਤੇ ਹੋ ਸਕਦੀਆਂ ਨੇ, ਪਰ ਮਰਜ਼ੀ ਮਕਾਨ ਮਾਲਕ ਦੀ ਚੱਲਦੀ ਹੁੰਦੀ ਹੈ।
ਹੁਣ ਭਾਵੇਂ ਤਖਤਾਂ ਤੇ ਬੈਠੇ ਨੇ ਪਰ ਗੁਲਾਮ ਮਾਨਸਿਕਤਾ ਬਣ ਗਈ, ਉਹ ਖੂਨ ਦੇ ਵਿੱਚ ਗੁਲਾਮੀ ਚਲੀ ਗਈ। ਅੱਗੇ ਦੀ ਅੱਗੇ ਆਈ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਉਹ ਸਾਰੇ ਜਿਹੜੇ ਲੋਕ ਸੰਤਾਂ ਮਹਾਂਪੁਰਸ਼ਾਂ ਦਾ ਪੈਗਾਮ ਪੜ੍ਹ ਚੁੱਕੇ ਸਨ, ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਚੀਜ਼ ਬਿਠਾਈ। ਪਾਤਸ਼ਾਹ ਕਹਿੰਦੇ ਨਹੀਂ, ਤੁਸੀਂ ਆਪਣੇ ਆਪ ਨੂੰ ਮੰਨ ਚੁੱਕੇ ਹੋ ਵੀ ਅਸੀਂ ਗੁਲਾਮ ਆ। ਇੱਕ ਬਿਮਾਰ ਬੰਦਾ ਬਿਮਾਰੀ ਨਾਲ ਸਹਿਮਤ ਹੋ ਜਾਵੇ, ਉਹਨੂੰ ਕੋਈ ਠੀਕ ਨਹੀਂ ਜੇ ਕਰ ਸਕਦਾ। ਇੱਕ ਬੰਦੇ ਦੇ ਪੈਰਾਂ ਵਿੱਚ ਬੇੜੀਆਂ ਨੇ, ਜੇ ਪੈਰਾਂ ਦੀਆਂ ਬੇੜੀਆਂ ਨੂੰ ਗਹਿਣਾ ਬਣਾ ਲਵੇ ਉਹਦਾ ਛੁਟਕਾਰਾ ਨਹੀਂ ਹੋ ਸਕਦਾ। ਤੁਹਾਨੂੰ ਛੁਟਕਾਰਾ ਪਾਉਣਾ ਪੈਣਾ। ਜਦੋਂ ਸਮਝ ਪਈ ਤੇ ਉਹ ਸੱਭਿਅਤਾ ਬਾਰੇ ਜਾਣਕਾਰੀਆਂ ਮਿਲੀਆਂ, ਜਦੋਂ ਸਾਰਾ ਕੁਝ ਹੋਇਆ, ਉਹਨਾਂ ਦੇ ਹੱਥਾਂ ਵਿੱਚ ਤੇਗਾਂ ਆਈਆਂ ਤੇ ਕਿਵੇਂ ਉਹਨਾਂ ਨੇ ਆਪਣੇ ਹੱਕ ਲੱਗੇ। ਇਹ ਪੂਰਾ ਦਾ ਪੂਰਾ ਇੱਕ ਪਾਰਟ ਹੈ ਜਿਹੜਾ ਫਿਲਮ ਦੇ ਵਿੱਚ ਫਿਲਮਾਇਆ ਗਿਆ। ਇੰਜ ਮੈਂ ਕਹਾਂ ਵੀ ਇਹ ਫਿਲਮ ਦੇ ਵਿੱਚ ਕੁਝ ਹੋਰ ਨਹੀਂ ਫਿਲਮਾਇਆ ਗਿਆ, ਤੁਹਾਡਾ 5000 ਸਾਲ ਦਾ ਇਤਿਹਾਸ ਫਿਲਮਾਇਆ ਗਿਆ। ਸਾਨੂੰ ਪਤਾ ਲੱਗੇ ਵੀ ਅਸੀਂ ਕੌਣ ਸਾਂ ਤੇ ਕਿੱਥੇ ਆਏ ਹਾਂ। ਇੱਕ ਛੋਟੀ ਜਿਹੀ ਮੈਂ ਤੁਹਾਨੂੰ ਗੱਲ ਕਹਿ ਕੇ ਤੇ ਵਿਸ਼ੇ ਨੂੰ ਸੰਕੋਚ ਲਵਾਂ। ਕਹਿੰਦੇ ਇੱਕ ਰਾਜਾ ਸੀ ਤੇ ਰਾਜੇ ਦਾ ਬੇਟਾ ਮਾਨਸਿਕ ਤੌਰ ਦੇ ਉੱਪਰ ਡਿੱਗ ਪਿਆ ਕਿਤੇ, ਤੇ ਉਹ ਮਾਨਸਿਕ ਤੌਰ ਦੇ ਉੱਪਰ ਥੋੜਾ ਜਿਹਾ ਹੋਰ ਤਰੀਕੇ ਦਾ ਹੋ ਗਿਆ। ਉਹ ਇੱਕ ਦਿਨ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲ ਗਿਆ, ਬਾਹਰ ਨਿਕਲ ਕੇ ਜੰਗਲ ਵਿੱਚ ਚਲਾ ਗਿਆ। ਜੰਗਲ ਵਿੱਚ ਜਾ ਕੇ ਸਾਧੂਆਂ ਦੇ ਨਾਲ ਬੈਠ ਗਿਆ। ਬੜਾ ਧਿਆਨ ਦੇ ਕੇ ਸੁਣਿਆ ਜੇ। ਸਾਧੂਆਂ ਦੇ ਨਾਲ ਬੈਠ ਗਿਆ ਤੇ ਸਾਧੂਆਂ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ ਉਹੋ ਜਿਹਾ ਭੇਖ ਉਵੇਂ ਉਹਨਾਂ ਨੇ ਗਜ਼ਾ ਕਰਕੇ ਲਿਆਉਣਾ, ਰੋਟੀ ਮੰਗ ਕੇ ਲਿਆਉਣੀ, ਇਸ ਬੱਚੇ ਨੇ ਖਾ ਲੈਣੀ। ਕਹਿੰਦੇ ਨੇ ਇੱਕ ਦਿਨ ਉਹ ਬੱਚਾ ਜਿਹੜਾ ਸੀ ਨਾ, ਉਹਨੂੰ ਥੋੜ੍ਹੀ ਜਿਹੀ ਹੋਸ਼ ਆਈ। ਹੋਸ਼ ਆਉਣ ਤੋਂ ਬਾਅਦ ਉਹ ਮਹਿਲ ਵੱਲ ਨਿਕਲਿਆ। ਮਹਿਲ ਵੱਲ ਨਿਕਲਿਆ, ਕੁਝ ਲੋਕਾਂ ਨੇ ਪਛਾਣਿਆ, ਰਾਜੇ ਦੇ ਕੋਲ ਲੈ ਗਏ, ਉਹਨੂੰ ਸੋਹਣੇ ਕੱਪੜੇ ਪਵਾਏ ਗਏ, ਸਿਰ ਤੇ ਤਾਜ ਰੱਖਿਆ ਗਿਆ। ਕਹਿੰਦੇ ਨੇ ਉਹ ਜਦੋਂ ਬੱਚਾ ਤਖਤ ਦੇ ਉੱਪਰ ਬੈਠਾ ਤੇ ਉਹੀ ਸਾਧੂ ਜਿਨ੍ਹਾਂ ਦੇ ਕੋਲੇ ਗਿਆ ਸੀ ਤੇ ਮੰਗ ਕੇ ਖਾਂਦਾ ਹੁੰਦਾ ਸੀ, ਉਹ ਇੱਕ ਦਿਨ ਆ ਗਏ। ਉਹਦੇ ਵੱਲ ਵੇਖ ਕੇ ਬੜੇ ਖੁਸ਼ ਹੋਏ, ਬੜੇ ਖੁਸ਼ ਹੋਏ। ਕਹਿੰਦੇ ਬੇਟਾ ਤੂੰ ਇੱਥੇ ਕਿਵੇਂ ਆ ਗਿਆ? ਕਹਿੰਦਾ ਜੀ ਮੈਂ ਤੁਹਾਡੇ ਵਿੱਚ ਬੈਠਾ ਸਾਂ, ਮੈਨੂੰ ਯਾਦ ਨਹੀਂ ਸੀ ਆਉਂਦਾ ਕਿ ਮੈਂ ਰਾਜਾ ਵਾਂ। ਕਹਿੰਦਾ ਮੈਨੂੰ ਯਾਦ ਆ ਗਿਆ, ਮੈਂ ਤਖਤ ਵੱਲ ਆਪਣੇ ਵਾਪਸ ਮੁੜਿਆ ਵਾਂ। ਕਹਿੰਦਾ ਤੁਸੀਂ ਵੀ ਥੋੜਾ ਥੋੜਾ ਚੇਤਾ ਕਰਕੇ ਵੇਖੋ, ਤੁਸੀਂ ਵੀ ਕਿਸੇ ਬਾਦਸ਼ਾਹ ਦੇ ਪੁੱਤਰ ਤੇ ਨਹੀਂ। ਤੇ ਮੈਂ ਤੁਹਾਨੂੰ ਸਿਰਫ ਇੱਕ ਬੇਨਤੀ ਕਰਾਂਗਾ, ਇਸ ਫਿਲਮ ਨੂੰ ਵੇਖ ਕੇ ਥੋੜੀ ਜਿਹੀ ਝਾਤ ਮਾਰਿਆ ਜੇ ਸਾਡੀ ਸੱਭਿਅਤਾ ਕੀ ਹੈ। ਇਸ ਫਿਲਮ ਨੂੰ ਵੇਖ ਕੇ ਆਪਣੇ ਪਿਛੋਕੜ ਵੱਲ ਜਾਇਆ ਜੇ। ਇਸ ਫਿਲਮ ਨੂੰ ਵੇਖ ਕੇ ਆਪਣੇ ਅਤੀਤ ਵੱਲ ਜਾਇਆ ਜੇ, ਫਿਰ ਪਤਾ ਲੱਗੇਗਾ ਅਸੀਂ ਗੁਲਾਮ ਨਹੀਂ, ਅਸੀਂ ਤੇ ਰਾਜੇ ਹਾਂ। ਜਿਸ ਦਿਨ ਸਾਨੂੰ ਆਹ ਚੀਜ਼ ਦਾ ਪਤਾ ਲੱਗ ਗਿਆ, ਜਿਸ ਦਿਨ ਇਸ ਚੀਜ਼ ਦਾ ਪਤਾ ਲੱਗ ਗਿਆ, ਮੈਂ ਕਹਿੰਦਾ ਗੱਲ ਬਣ ਜਾਵੇਗੀ। ਹੁਣ ਤੇ ਪਰੋਸ ਕੇ ਜੋ ਤੁਹਾਡੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਨਾ, ਮੈਂ ਕਹਿੰਦਾ ਤੁਸੀਂ ਆਪਣੇ ਬੱਚੇ ਕੋਲ ਇਹਨਾਂ ਕੋ ਕਹਿ ਦਿਓ ਗਣਪਤੀ। ਕਈ ਵਾਰੀ ਉਹ ਬੱਚਾ ਆਪਣੇ ਆਪ ਹੀ ਅੱਗੋਂ ਬੋਲ ਦਿੰਦਾ, ਕਹਿੰਦਾ ਬੱਪਾ ਮੋਰਿਆ। ਤੁਹਾਡਾ ਬਾਪੂ ਕੌਣ ਹੈ ਪਤਾ ਤੇ ਲੱਗੇ ਤੁਹਾਨੂੰ ਨਾ, ਹੈ ਨਾ। ਹੁਣ ਆਪਣੇ ਬੱਚੇ ਨੂੰ ਦੱਸਣਾ ਤੇ ਆਪ ਹੈ। ਇਸ ਕਰਕੇ ਇਹੋ ਜਿਹੀਆਂ ਫਿਲਮਾਂ ਦਾ ਬਣਨਾ, ਪ੍ਰਚਾਰਿਆ ਜਾਣਾ, ਜਿੱਥੋਂ ਸਾਨੂੰ ਪਤਾ ਲੱਗੇ ਮੈਂ ਕੌਣ ਹਾਂ, ਮੇਰਾ ਪਿਛੋਕੜ ਕੀ ਹੈ, ਮੇਰਾ ਇਤਿਹਾਸ ਕੀ ਹੈ, ਮੇਰੀ ਸੱਭਿਅਤਾ ਕੀ ਹੈ। ਅੱਜ ਬੱਚਿਆਂ ਨੂੰ ਰੋਮ ਦੀ ਸੱਭਿਅਤਾ ਤੇ ਪੜ੍ਹਾਈ ਜਾ ਰਹੀ ਹੈ, ਰੋਮ ਦੀ ਸੱਭਿਅਤਾ, ਕਿਉਂਕਿ ਸਾਡੇ ਵਿੱਚ ਟੀਚਰ ਨੇ, ਤੇ ਸਿੰਧੂ ਘਾਟੀ ਦੀ ਸੱਭਿਅਤਾ ਨਹੀਂ ਤੁਹਾਡੇ ਬੱਚਿਆਂ ਨੂੰ ਪੜ੍ਹਾਈ ਜਾ ਰਹੀ। ਬੋਲੋ ਨਾ। ਰੋਮ ਦੀ ਸੱਭਿਅਤਾ, ਉਹ ਇਟਲੀ ਦੀ ਰਾਜਧਾਨੀ ਦਾ ਨਾਮ ਹੈ ਰੋਮਾ, ਕਿਉਂਕਿ ਮੈਂ ਉੱਥੇ ਜਾਣਾ ਵਾ ਨਾ, ਮੈਨੂੰ ਬੜੇ ਪਿਆਰ ਵਾਲੇ ਨੇ, ਉੱਥੇ ਪ੍ਰੋਗਰਾਮ ਕਰਦਾ ਮੈਂ, ਯੂਰਪ ਜਾਣਾ ਪੈਂਦਾ। ਇਟਲੀ ਦੀ ਰਾਜਧਾਨੀ, ਉੱਥੋਂ ਦੀ ਲੈਂਗੁਏਜ ਵਿੱਚ ਉਸਨੂੰ ਰੋਮਾ ਕਿਹਾ ਜਾਂਦਾ ਹੈ, ਪਰ ਆਪਾਂ ਨੂੰ ਰੋਮ ਕਹਿੰਦੇ ਆ। ਤੁਹਾਡੇ ਬੱਚਿਆਂ ਨੂੰ ਰੋਮ ਦੀ ਸੱਭਿਅਤਾ ਤੇ ਪੜ੍ਹਾਈ ਜਾ ਰਹੀ ਹੈ, ਪਰ ਤੁਹਾਡੇ ਬੱਚਿਆਂ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਨਹੀਂ ਪੜ੍ਹਾਈ ਜਾ ਰਹੀ। ਇੱਥੋਂ ਅੰਦਾਜ਼ਾ ਲਾ ਸਕਦੇ ਆ ਨਾ। ਹੁਣ ਕੌਣ ਲੋਕ ਨੇ ਬੈਨ ਕਰਨ ਵਾਲੇ? ਅੰਦਾਜ਼ਾ ਲਾ ਲਓ ਆਪ ਹੀ, ਅੰਦਾਜ਼ਾ ਆਪ ਲਾਓ ਨਾ, ਕੌਣ ਲੋਕ ਨੇ ਬੈਨ ਕਰਨ ਵਾਲੇ? ਉਹੀ ਲੋਕ ਨੇ ਜਿਹੜੇ ਰੋਮ ਦੀ ਸੱਭਿਅਤਾ ਤੋਂ ਤੁਹਾਡੇ ਬੱਚਿਆਂ ਨੂੰ ਪੜ੍ਹਾ ਸਕਦੇ ਨੇ, ਪਰ ਸਿੰਧੂ ਘਾਟੀ ਦੀ ਨਹੀਂ। ਉਹ ਲੋਕਾਂ ਨੂੰ ਬੜੀ ਤਕਲੀਫ ਹੈ ਵੀ ਇਹ ਫਿਲਮ ਜਿਹੜੀ ਹੈ ਇਹ ਤਾਂ ਸਾਡੇ ਪੋਤੜੇ ਫੋਲ ਕੇ ਰੱਖ ਦੇਵੇਗੀ। ਜਿਨ੍ਹਾਂ ਨੂੰ ਅਸੀਂ ਗੁਲਾਮ ਕਹਿੰਦੇ ਆ, ਇਹਨਾਂ ਨੂੰ ਸਮਝਾ ਦੇਵੇਗੀ ਕਿ ਤੁਸੀਂ ਰਾਜੇ ਹੋ, ਤੁਸੀਂ ਗੁਲਾਮ ਨਹੀਂ ਹੋ। ਉਹ ਸਾਰੀਆਂ ਚੀਜ਼ਾਂ ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗ ਜਾਣਗੀਆਂ ਤੇ ਹੱਕਾਂ ਦੀ ਲੜਾਈ ਵੀ ਲੜਨਗੇ। ਮੈਂ ਕਹਿੰਦਾ ਮੇਰੀ ਮਾਂ ਮੈਨੂੰ ਮੇਰੇ ਬਚਪਨ ਦੀ ਤਸਵੀਰ ਦੇ ਦਿੰਦੀ ਹੈ। ਉਹ ਕਹਿੰਦੀ ਪੁੱਤਰ ਅੱਜ ਵੱਡੇ ਵੱਡੇ ਲੈਕਚਰ ਕਰਦਾ ਨਾ ਦੁਨੀਆ ਦੇ ਵਿੱਚ ਜਾ ਕੇ, ਤੇ ਕਹਿੰਦਾ ਮੈਂ ਬੜਾ ਮੀਡੀਆ ਪਰਸਨ ਆ, ਵੇਖ ਲੈ ਆਪਣੀ ਫੋਟੋ ਤੇਰੇ ਕੋਲੋਂ ਆਪਣਾ ਨੱਕ ਨਹੀਂ ਸੀ ਪੂੰਝਿਆ ਜਾਂਦਾ ਹੁੰਦਾ। ਮਾਂ ਨੂੰ ਤੇ ਹੱਕ ਹੈ ਨਾ ਜੀ। ਜਦੋਂ ਮੈਂ ਆਪਣੀ ਮਾਂ ਦੀ ਦਿੱਤੀ ਹੋਈ ਫੋਟੋ ਵੱਲ ਵੇਖਾਂਗਾ ਨਾ, ਤੇ ਫੋਟੋ ਵੱਲ ਵੇਖਦਾ 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 ਮੈਂ ਆਪਣੇ ਬਚਪਨ ਵਿੱਚ ਤਾਰੀਆਂ ਮਾਰਾਂਗਾ। ਤੇ ਮੈਂ ਕਹਿੰਦਾ ਜੇ 2 ਘੰਟੇ ਦੀ ਤੁਸੀਂ ਫਿਲਮ ਵੇਖੋਗੇ ਨਾ, ਤੇ ਫਿਲਮ ਵੇਖਦੇ 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 ਤੁਸੀਂ ਆਪਣੇ ਅਤੀਤ ਵੱਲ ਵਾਪਸ ਮੁੜੋਗੇ। ਇਸ ਕਰਕੇ ਤਕਲੀਫ ਹੈ ਉਹਨਾਂ ਨੂੰ, ਤਕਲੀਫ ਹੈ ਤੁਹਾਡੀ ਫਿਲਮ ਬਣਨ ਤੇ, ਉਹਨਾਂ ਨੂੰ ਤਕਲੀਫ ਹੈ ਤੁਹਾਡੀ ਫਿਲਮ ਰਿਲੀਜ਼ ਕਰਨ ਤੇ, ਉਹਨਾਂ ਨੂੰ ਤਕਲੀਫ ਹੈ ਕਿਉਂਕਿ ਉਹਨਾਂ ਦਾ ਜਿਹੜਾ ਤੋਰੀ ਫੁਲਕਾ ਹੈ ਨਾ, ਉਹ ਜਿਸ ਢਾਂਚੇ ਵਿੱਚ ਚੱਲਦਾ, ਤੁਹਾਡੀ ਫਿਲਮ ਉਸ ਢਾਂਚੇ ਨੂੰ ਰੱਦ ਕਰਦੀ ਪਈ ਹੈ। ਤੇ ਤੁਹਾਡੀ ਇੱਕ ਫਿਲਮ ਦੇ ਰਿਲੀਜ਼ ਹੋਣ ਦੇ ਨਾਲ ਉਹਨਾਂ ਦੀਆਂ ਹਜ਼ਾਰਾਂ ਫਿਲਮਾਂ ਸ਼ੱਕੀ ਹੋ ਰਹੀਆਂ ਨੇ। ਇਸ ਕਰਕੇ ਤੁਹਾਡੀ ਫਿਲਮ ਨੂੰ ਕਿਵੇਂ ਰਿਲੀਜ਼ ਕਰਨ ਦੇਣਗੇ? ਅੰਦਾਜ਼ਾ ਲਾਓ ਨਾ।
ਅਸੀਂ ਕਾਤਲ ਦੇ ਕੋਲ ਜਾ ਕੇ, ਦੇਖੋ ਮੈਂ ਇੱਕ ਬੇਨਤੀ ਕਰਦਾ ਵਾਂ, ਕਾਤਲ ਦੇ ਕੋਲ ਜਾ ਕੇ ਅਸੀਂ ਇਹ ਗੱਲ ਕਹੀਏ ਵੀ ਤੇਰੀ ਜਿਹੜੀ ਤਲਵਾਰ ਹੈ ਉਹਦਾ ਵਾਰ ਕੈਸਾ ਸੀ, ਤੇ ਇੱਥੋਂ ਅੰਦਾਜ਼ਾ ਆਪ ਲਾ ਸਕਦੇ। ਕਾਤਲਾਂ ਕੋਲੋਂ ਕਦੀ ਨਿਆਂ ਨਹੀਂ ਮਿਲਦੇ ਹੁੰਦੇ। ਤਾਂ ਮੈਂ ਤੁਹਾਨੂੰ ਥੋੜਾ ਹੱਲਾਸ਼ੇਰੀ ਦੇ ਰਿਹਾ ਮੈਂ ਵੀ ਜੋ ਫਿਲਮ ਤਿਆਰ ਹੋਈ ਹੈ ਮੇਰੇ ਦੇਖਣ ਦੇ ਵਿੱਚ ਮੈਂ ਮਹਿਸੂਸ ਕਰਦਾ ਮੈਂ ਇੱਕ ਦਿਨ ਮੈਂ ਪੂਰਾ ਦਿਨ ਨਾਲ ਰਿਹਾ ਤੇ ਮੈਂ ਸ਼ਾਮ ਨੂੰ ਹੱਥ ਖੜੇ ਕਰਕੇ ਵੀਰ ਨੂੰ ਕਹਿ ਦਿੱਤਾ ਸੀ, ਮੈਂ ਕਿਹਾ ਜੀ ਇਹ ਕੰਮ ਤੁਸੀਂ ਕਰ ਸਕਦੇ ਹੋ, ਬਾਬਾ ਕਮਲ ਜੀ ਕਰ ਸਕਦੇ ਨੇ, ਵੀਰ ਕਰ ਸਕਦੇ ਨੇ, ਇਹ ਕਾਰਜ ਬੜਾ ਔਖਾ ਹੈ। ਦੇਖੋ ਇੱਕ ਫਿਲਮ ਬਣਦੀ ਇਹਦੇ ਵਿੱਚ ਇਤਿਹਾਸ ਦਾ ਖਿਆਲ ਰੱਖਣਾ ਪੈਂਦਾ, ਬੜਾ ਬਰੀਕੀ ਦਾ ਕੰਮ ਹੈ। ਔਰ ਜਿਹੜੀ ਧਾਰਮਿਕ ਫਿਲਮ ਹੈ ਇਹ ਖੱਟੀ ਵੀ ਬਹੁਤੀ ਨਹੀਂ ਕਰਦੀ ਹੁੰਦੀ। ਤੇ ਤੀਜੀ ਜਿਹੜੀ ਬਾਬਾ ਕਮਲ ਜੀ ਨੇ ਗੱਲ ਕਹੀ ਹੈ, ਇਹ ਰਿਲੀਜ਼ ਵੀ ਨਹੀਂ ਹੁੰਦੀਆਂ, ਬਹੁਤਾਤ ਸਾਨੂੰ ਜੇਬਾਂ ਦੇ ਵਿੱਚੋਂ ਪਾਉਣਾ ਪੈਂਦਾ। ਤੇ ਮੈਂ ਤੇ ਵੀਰ ਜੀ ਨੂੰ ਆਪਣੇ ਵੱਲੋਂ ਇੰਨੀ ਗੱਲ ਕਹਾਂਗਾ ਵੀ ਜਿੱਥੇ ਸਾਡੇ ਸਹਿਯੋਗ ਦੀ ਲੋੜ ਹੋਵੇ ਅਸੀਂ ਦਿਨ ਰਾਤ ਹਾਜ਼ਰ ਹਾਂ, ਸੀ ਵੀ ਹਾਂ ਵੀ ਤੇ ਅੱਗੇ ਵੀ ਰਹਾਂਗੇ। ਤੇ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਜਿਹੜੀਆਂ ਚਾਹੁੰਦੀਆਂ ਨੇ ਕਿ ਸਿੱਖੀ ਦਾ ਪ੍ਰਚਾਰ ਹੋਵੇ, ਮੈਂ ਕਹਿੰਦਾ ਵੀ ਜਿਹੜੀ ਕਿਤਾਬ ਲਿਖੀ ਸੀ ਨਾ ਕਾਹਨ ਸਿੰਘ ਨਾਭਾ ਨੇ, ਖਮਕ ਹਿੰਦੂ ਨਹੀਂ, ਉਹਨੇ ਰੌਲਾ ਪਾਇਆ ਸੀ, ਕਹਿੰਦਾ ਖਮਕ ਹਿੰਦੂ ਨਹੀਂ, ਉਹਨੇ ਦੁਨੀਆ ਨੂੰ ਦੱਸਿਆ ਸੀ। ਦੇਖੋ ਕਦੀ ਕਿਸੇ ਈਸਾਈ ਨੂੰ ਕਿਤਾਬ ਲਿਖਣੀ ਪਈ ਹੈ, ਨਹੀਂ ਲਿਖਣੀ ਪਈ ਜੇ, ਬੜਾ ਧਿਆਨ ਦੇ ਕੇ ਸੁਣਿਆ ਜੇ। ਕਦੀ ਕਿਸੇ ਮੁਸਲਮਾਨ ਨੂੰ ਕਿਤਾਬ ਲਿਖਣੀ ਪਈ ਹੈ ਖਮਕ ਹਿੰਦੂ ਨਕੀ ਨਾ, ਉਹਨੂੰ ਨਹੀਂ ਲਿਖਣੀ ਪਈ। ਸਿੱਖ ਨੂੰ ਕਿਉਂ ਲਿਖਣੀ ਪਈ? ਕਿਉਂਕਿ ਸਿੱਖ ਨੂੰ ਸਾਬਤ ਕਰਦੇ ਨੇ। ਮੈਂ ਕਹਿੰਦਾ ਵੀ ਆਹ ਪਿਕਚਰ ਰਿਲੀਜ਼ ਹੋਣ ਤੋਂ ਬਾਅਦ ਬੱਚਾ ਕਵੇਗਾ ਖਮਕ ਹਿੰਦੂ ਨਕੀ, ਰੋਕਿਆ ਨਹੀਂ ਜੇ ਜਾਣਾ, ਰੋਕਿਆ ਨਹੀਂ ਜੇ ਜਾਣਾ। ਇਸ ਕਰਕੇ ਅਗਲਾ ਕਿਉਂ, ਜਿਹੜੇ ਤੁਹਾਨੂੰ ਬਕਾਇਦਾ ਉਹ ਸਾਬਤ ਕਰਨ ਤੇ ਲੱਗੇ ਨੇ, ਹਿੰਦੂ ਰਾਸ਼ਟਰ ਬਣਾ ਦਿਆਂਗੇ ਲੱਗੇ ਨੇ, ਉਹ ਸਾਡੀ ਫਿਲਮ ਨੂੰ ਕਿਵੇਂ ਰਿਲੀਜ਼ ਕਰ ਸਕਦੇ ਨੇ, ਅੰਦਾਜ਼ਾ ਆਪ ਲਾ ਸਕਦੇ ਆ। ਪਰ ਹੁਣ ਅਗਲਾ ਕਦਮ ਕੀ ਹੈ? ਸੁਪਰੀਮ ਕੋਰਟ ਦੇ ਵਿੱਚ ਜਾ ਕੇ ਅਸੀਂ ਇਹ ਆਵਾਜ਼ ਤੇ ਬੱਚੇ ਤੱਕ ਲਿਆ ਸਕਦੇ ਆ ਨਾ। ਦੇਖੋ ਕਿਸੇ ਇੱਕ ਪੱਖ ਦੇ ਲਈ ਆਪਾਂ ਲੈ ਲਈਏ, ਨਿਊਟਨ ਨੇ ਖੋਜ ਕੀਤੀ, ਦੁਨੀਆ ਨੂੰ ਦੱਸੀ, ਲੋਕੀ ਕਹਿੰਦੇ ਸੀ ਪਾਗਲ ਹੈ ਇਹ। ਗੈਲੀਲੀਓ ਨੇ ਦੁਨੀਆ ਨੂੰ ਦੱਸਿਆ, ਉਹ ਕਹਿੰਦਾ ਤੁਸੀਂ ਕਹਿੰਦੇ ਸੂਰਜ ਧਰਤੀ ਦੇ ਦਾਲੇ ਘੁੰਮਦਾ, ਤੁਹਾਡੀ ਧਰਤੀ ਸੂਰਜ ਦੇ ਦਾਲੇ ਘੁੰਮਦੀ ਪਈ ਹੈ, ਤੇ ਲੋਕੀ ਕਹਿੰਦੇ ਪਾਗਲ ਹੋ ਗਿਆ, ਸੂਰਜ ਇੱਥੋਂ ਚੱਲਦਾ ਇੱਥੇ ਆ ਜਾਂਦਾ, ਸਾਡੇ ਘਰ ਦੇ ਇੱਧਰਲੇ ਪਾਸੇ, ਸੋਚ ਛੋਟੀ ਸੀ ਨਾ, ਇਸ ਤੋਂ ਗਾਂਹ ਨਹੀਂ ਗਏ, ਸਾਡੇ ਕੋਠੇ ਦੇ ਇੱਧਰੋਂ ਚੜਦਾ ਤੇ ਕੋਠੇ ਦੇ ਇੱਧਰਲੇ ਪਾਸੇ ਆ ਜਾਂਦਾ, ਕੋਠਾ ਉੱਥੇ ਹੀ ਸੂਰਜ ਘੁੰਮਿਆ ਨਾ। ਉਹਨੇ ਦੁਨੀਆ ਨੂੰ ਦੱਸਿਆ, ਕਹਿੰਦਾ ਨਹੀਂ, ਖੋਜ ਸਮਾਂ ਪਾ ਕੇ ਉਹਦੀ ਪਹਿਲਾਂ ਤੇ ਜ਼ਬਾਨ ਬੰਦ ਕਰਾਈ ਗਈ, ਕਿਉਂਕਿ ਉਦੋਂ ਕੱਲਾ ਬੋਲਦਾ ਸੀ, ਤੇ ਹੁਣ ਬੱਚਾ ਬੋਲਦਾ, ਤੁਸੀਂ ਕਿਹਦੀ ਜ਼ਬਾਨ ਬੰਦ ਕਰਾਓਗੇ? ਹੁਣ ਅਸੀਂ ਇਕੱਲੇ ਕਹਿ ਰਹੇ ਹਾਂ ਵੀ ਖਮਕ ਹਿੰਦੂ ਨਹੀਂ। ਤੇ ਆਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਸਾਡਾ ਬੱਚਾ ਬੋਲੇਗਾ, ਫਿਰ ਕਿਹਨੂੰ ਰੋਕਣਗੇ? ਇਸ ਕਰਕੇ ਭਾਈ ਬੜਾ ਧਿਆਨ ਦੇਣਾ ਪੈਣਾ। ਤੁਸੀਂ ਜਿਹੜਾ ਕਾਰਜ ਕਰਦੇ ਪਏ ਹੋ, ਇਹ ਇਕੱਲੀ ਫਿਲਮ ਨਹੀਂ ਤੁਸੀਂ ਬਣਾ ਰਹੇ, ਤੁਸੀਂ ਆਉਣ ਵਾਲੇ ਸਮੇਂ ਦਾ ਇਤਿਹਾਸ ਬਣਾ ਰਹੇ ਹੋ। ਇੱਕ ਹੁੰਦਾ ਫਿਲਮ ਨੂੰ ਬਣਾਉਣਾ, ਇੱਕ ਹੁੰਦਾ ਇਤਿਹਾਸ ਬਣਾਉਣਾ। ਤੁਸੀਂ ਆਉਣ ਵਾਲੇ ਸਮੇਂ ਦਾ ਇਤਿਹਾਸ ਬਣਾ ਰਹੇ ਹੋ। ਇਸ ਕਰਕੇ ਦਿੱਕਤਾਂ ਤੇ ਆਉਣਗੀਆਂ, ਬਹੁਤ ਵੱਡੀਆਂ ਆਉਣਗੀਆਂ। ਜਿਵੇਂ ਕਿਸੇ ਨੇ ਕਿਹਾ ਨਾ, ਕਾਬਲ ਦੇ ਜੰਮਿਆਂ ਨੂੰ ਨਿੱਤ ਮਕੀਮਾਂ, ਸਾਨੂੰ ਤੇ ਨਿੱਤ ਮਕੀਮਾਂ ਨੇ, ਰੋਜ਼ ਹੀ ਮਕੀਮਾਂ ਨੇ। ਕਦੀ ਫਿਲਮ ਬਣਨ ਤੇ ਮੈਂ ਤਾਂ ਉਹਦੇ ਨਾਲ ਸਾਰਾ ਦਿਨ ਨਾਲ ਰਿਹਾ। ਮੈਂ ਕਿਹਾ ਵੀ ਇਤਿਹਾਸ ਦਾ ਵੀ ਖਿਆਲ ਰੱਖਣਾ ਤੇ ਖਰਚੇ ਘੋੜੇ ਲਿਆਉਣੇ, ਫਿਰ ਇੱਕੋ ਜਿਹੀਆਂ ਵਰਦੀਆਂ ਦਾ ਪ੍ਰਬੰਧ ਕਰਵਾਉਣਾ। ਉਹਦੇ ਨਾਲ ਸਾਡਾ ਐਟ ਏ ਟਾਈਮ 2 ਚੋਲੇ ਘਟ ਗਏ, ਐਟ ਏ ਟਾਈਮ। ਉਸ ਦਿਨ ਮੈਂ ਜੋ ਦੇਖਿਆ, ਤੇ ਸਾਨੂੰ ਪਤਾ ਵੀ ਸਾਨੂੰ ਕੱਪੜਾ ਕਿਸ ਭਾਅ ਪਿਆ ਤੇ ਸਮਾਈ ਕਿਸ ਭਾਅ ਪਈ, ਮੈਂ ਮਹਿਸੂਸ ਕਰ ਸਕਦਾ। ਮੈਂ ਕਾਰਜ ਬੜਾ ਖਰਚੀਲਾ, ਤੇ ਕੁਝ ਜਦੋਂ ਆਪਾਂ ਨਵਾਂ ਕੰਮ ਕਰਦੇ ਹਾਂ ਭੇਤ ਘੱਟ ਹੁੰਦੇ, ਥੋੜਾ ਹੋਰ ਖਰਚੀਲਾ ਹੋ ਜਾਂਦਾ। ਜਿਵੇਂ ਤਜਰਬਾ ਆ ਜਾਂਦਾ ਨਾ, ਥੋੜਾ ਕੰਮ ਘਟ ਜਾਂਦਾ। ਬਸ ਆਹ ਚੀਜ਼ਾਂ ਨੇ। ਇਸ ਕਰਕੇ ਮੈਂ ਦੇਸ਼ ਵਿਦੇਸ਼ ਦੀਆਂ ਜਥੇਬੰਦੀਆਂ ਤੇ ਸਾਡੀਆਂ ਜਿੰਨੀਆਂ ਵੀ ਅੰਬੇਦਕਰੀ ਸੰਸਥਾਵਾਂ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਇੱਥੇ ਸਾਨੂੰ ਤੁਹਾਡੇ ਸਹਿਯੋਗ ਦੀ ਬੜੀ ਵੱਡੀ ਲੋੜ ਹੈ। ਸਾਨੂੰ ਤੁਹਾਡਾ ਸਹਿਯੋਗ ਇਹ ਵੀ ਚਾਹੀਦਾ ਹੈ ਵੀ ਤੁਸੀਂ ਇਸ ਫਿਲਮ ਨੂੰ ਚੰਗੀ ਤਰ੍ਹਾਂ ਦੇਖੋ। ਅਸੀਂ ਨਹੀਂ ਕਹਿੰਦੇ ਵੀ ਦੇਖੇ ਬਿਨਾਂ, ਮੈਂ ਕਹਿੰਦਾ ਦੇਖੋ, ਤੁਹਾਨੂੰ ਕੰਮ ਚੰਗਾ ਲੱਗਦਾ ਤੁਸੀਂ ਇਸ ਦਾ ਸਹਿਯੋਗ ਕਰੋ। ਕਿਉਂਕਿ ਹੁਣ ਤੱਕ ਦਾ ਜੋ ਇਹਨਾਂ ਨੇ ਖਰਚਾ ਕੀਤਾ, ਇਹਨਾਂ ਦੀ ਟੀਮ ਨੇ ਕੀਤਾ, ਉਹ ਐਸਾ ਕਿ ਜੋ ਸ਼ਾਇਦ ਮੈਂ ਆਪਣੀ ਕਲਮ ਦੇ ਨਾਲ ਗਿਣਤੀ ਮਿਣਤੀ ਵਿੱਚ ਨਹੀਂ ਲਿਆ ਸਕਦਾ। ਬਸ ਤੁਸੀਂ ਸਾਰੇ ਹੀ ਰੋਲ ਅਦਾ ਕਰ ਦਿਓ। ਆ ਤੇ ਇੱਕ ਅਸੀਂ ਵਿੱਚ ਜਿਹੜਾ ਜ਼ਿਕਰ ਕੀਤਾ ਨਾ 10-12 ਜਾਣੇ, ਤੇ ਚਲੋ ਮੈਂ ਵੀ ਆਉਂਦਿਆਂ ਸਾਰ ਦੇਖਿਆ, ਮੈਂ ਕਿਹਾ ਮੇਰੀ ਫੋਟੋ ਹੈ, ਇਹ ਕੁਦਰਤੀ ਹੁੰਦਾ। ਹਰਵਿੰਦਰ ਸਿੰਘ ਵੀ 4 ਚੁਫੇਰੇ ਦੇਖਣ ਲੱਗ ਪਿਆ ਵੀ ਮੇਰੀ ਫੋਟੋ ਲੱਭੀ ਨਹੀਂ। ਬਾਜਵਾ ਜੀ ਨੂੰ ਦਿਖਾਇਆ ਵੀ ਤੁਹਾਡੀ ਫੋਟੋ ਆਇਆ, ਸਾਰਿਆਂ ਨੇ ਦੇਖੀ ਹੈ ਨਾ। ਇੱਕ ਇਹ ਹੁੰਦਾ ਵੀ ਅਸੀਂ ਰੋਲ ਅਦਾ ਕੀਤਾ, ਪਰ ਮੈਨੂੰ ਇੰਝ ਲੱਗਦਾ ਵੀ ਆਪਾਂ ਸਾਰਿਆਂ ਨੇ ਬੜਾ ਵੱਡਾ ਰੋਲ ਅਦਾ ਕਰਨਾ, ਤੇ ਇਹ ਸਾਰੇ ਹੀ ਆਪੋ ਆਪਣਾ ਰੋਲ ਅਦਾ ਕਰਦੇ ਹੋਏ ਮੇਰੇ ਵੀਰ ਆਪਣਾ ਸਹਿਯੋਗ ਕਰਿਆ ਜੇ। ਵਿਦੇਸ਼ਾਂ ਦੀਆਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਵੀ ਤੁਹਾਡੇ ਸਹਿਯੋਗ ਦੀ ਲੋੜ ਇਹ ਹੈ ਵੀ ਤੁਸੀਂ ਇਸ ਫਿਲਮ ਨੂੰ ਫਾਈਨੈਂਸ਼ੀਅਲ ਸਪੋਰਟ ਕਰੋ, ਤਾਂ ਕਿ ਸੁਪਰੀਮ ਕੋਰਟ ਤੱਕ ਵੀ ਜਾਣਾ ਪੈਣਾ, ਤੇ ਇਕੱਲਾ ਸੁਪਰੀਮ ਕੋਰਟ ਤੱਕ ਨਹੀਂ ਜਾਣਾ ਪੈਣਾ, ਇਹਦੋਂ ਅਗਾਂਹ ਵੀ ਇਸ ਫਿਲਮ ਨੂੰ ਦੁਨੀਆ ਦੇ ਵਿੱਚ ਰਿਲੀਜ਼ ਕਰਨਾ। ਤੇ ਇਹਦੇ ਲਈ ਐਸਾ ਵੀ ਹੋ ਸਕਦਾ ਵੀ ਸਾਨੂੰ ਆਪਣੇ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਜੀ ਨੂੰ, ਮੇਰਾ ਮਨ ਕਹਿ ਰਿਹਾ ਵੀ ਇਹਨਾਂ ਨੂੰ ਵਰਲਡ ਟੂਰ ਤੇ ਵੀ ਭੇਜਣਾ ਪਏ, ਕਿਉਂਕਿ ਜਦੋਂ ਅਸੀਂ ਫਿਲਮ ਨੂੰ
वर्ल्ड टूर ते भेजना पेगा। इन्हां दे नाल बकायदा एक दो वीर भी जाणगे जिहड़े असीं कहांगे भी इटली दे जिथे मेरे हुण वीर भरा बैठे ने उत्थे उन्हां नूं बेनती करांगा भी भाई ये कोई फिल्म ऐसी थोड़ा भड़कीली है, जे तुसीं गुरुद्वारा साहिब दे विच नहीं तो गुरुद्वारा साहिब दे लंगर हाल दे विच दिखा सकदे हो, क्योंकि ये तो इतिहास है। समझाउणा पएगा, उन्हां नूं दसना पएगा ताकि फिल्म गुरुद्वारियां विच भी दिखाई जाए, जिहड़े उत्थे सिनेमा घर बने ने उन्हां विच भी दिखाई जाए, जिहड़े गुरुद्वारा साहिब दे एक ऐसे सेंटर बने ने जिथे मीटिंग हुंदी उत्थे दिखाई जाए, ताकि वध तो वध असीं बच्चे तक पहुँचदी करिए। दो काम हुंदे ने भाई, एक हुंदा है बना लेना, एक हुंदा पहुँचदी कर देना। कई बार ऐसा हुंदा कविता ना किसी ने लिखी बड़ी सोहनी हुंदी है, गाउण वाला नास ही मार दिंदा है ना, गाउण वाला कई बारी नास ही मार दिंदा। मैनूं लगदा भी संत रामदासी जी अपनी कविता नूं गाउंदे आप तां ही हुंदे होणे ने, शायद मेरा मन कहंदा है। हाँ, वो आप गाउंदे सी अपनी कविता नूं, जिवें मगदा रही बेसूरजा कमियां दे विहड़े, है ना। वो क्यों? क्योंकि उन्होंने पता सी जिहड़ा दर्द मैं लिखिआ है ना वो अपनी आवाज़ दे विच ही इहनूं पेश किया जा सकदा। कई बार ना लिखण वाला बड़ी कमाल कर दिंदा है ते गाउण वाला नास मार दिंदा है। इस करके जिवें फिल्म बनी है ना, हुण इहनूं अगे तक लिजाउण दे लई सानूं इंना ही जोर लाउणा पैणा जिन्ना हुण तक साडा लग चुका है। ते इहदे नाल तुहाडे कदम नाल कदम मिल गए, फिर ते काम औखा नहीं। तो मैं बड़ी आस करदा, मैं तुसीं समां भी बड़ा कढिआ ते सानूं आसां बड़ियां ने। ये असी इतिहास सिरज के जा रहे हैं। साडियां आउण वालियां पीढ़ियां घट्टो घट्ट ते आखणगियां ना भी साडे पुरखियां ने भाई कुछ तो कीता सी, ते जे सिर्फ कोठी बना के दे गए ते नाल एक प्लाट आ भी लै लीए, आ नाल दा प्लाट, ते जे कल नूं साडा बच्चा निकलिया माड़े राह दे उपर चंगे संस्कार ही ना दे सके ते प्लाट तो मिनटां 'च विक जाना, उन्हें शाम नूं बह के सौदा कर लेना। उन्हें कहना कोई ना तुसीं 2 लाख घट दे दिओ पर पेमेंट मैनूं होनी चाहिदी है ना। वो तुहाडे जिहड़े प्लाट ने वो तो रेता दे जिवें रेत दा बनाया होवे ना कोई महल, उहदे वांगू घिर जाने हैं। पर आ जिहड़ा इतिहास दे के जा रहे हो ना, ये इहो जिहा भी तुहाडे बच्चिआं नूं महल बनाउण दी लोड़ नहीं पैणी, महल आपे बना लेने ने। जदों पता लग गया ना, जदों पता लग गया भी असीं ते राजे हां, असीं कोई ऐसे नहीं है, असीं एक सभ्यता दे वारस हां। इस करके इन्ना कुछ कहंदा होया मैं तुहाडे कोल माफ़ी मंगदा वां। बड़ियां सत्कारयोग शख्सियतां ने, बड़ियां, बाबा सुखा सिंह जी, बाबा कमल जी, साडे सत्कारयोग बलवीर सिंह चीमा जी, एडवोकेट हरप्रीत सिंह जमालपुर जी, होर साडे बड़े प्यार वाले सहयोगी ने, किहदा नाम लवां। पर मैं तुहाडे कोलों माफ़ी मंगदा वां, जिन्ने शब्द मैं बोले ने अपनी जुबान तो, जे कोई वध घट होया होवे तो मैनूं जरूर अपना छोटा वीर समझ के माफ़ कर दिया जे। ते आपां सारे रल के एक बारी फतेह दी करिए सांझ। आखो जी वाहिगुरू जी का खालसा, वाहिगुरू जी की फतेह।